बिस्मिल्लाहिर्रहमानिर्रहीम। हुण आपां गल करांगे कणक दे हवाले नाल। कणक दियां किहड़ियां वैरायटियां असीं काश्त करिए। सब तो अहम जिहड़ा सवाल है इस वक्त मार्केट च चल रहा है, मुख्तलिफ साढ़े जिमीदार भी पुछ रहे हैं कि कणक दा वेड़ा आ गया है तो हुण असीं कणक दा किहड़ा बीऽ लावीए। तो उस दे हवाले नाल अज दी इह बैठक सजाई गई है कि तुहानूं दस्सिया जावे कि कपाह दा कणक दा जिहड़ा बीऽ है ਉਹ ਕਿਹੜਾ ਹੋਣਾ ਚਾਹੀਦਾ ਹੈ, ਕਿਹੜਾ ਸਾਨੂੰ ਚੰਗੀ ਪੈਦਾਵਾਰ ਦੇ ਸਕਦਾ ਹੈ। ਤੇ ਇਸ ਦੇ ਹਵਾਲੇ ਨਾਲ 5-6 ਵੈਰਾਈਟੀਆਂ ਨੇ, ਮੈਂ ਉਹ ਤੁਹਾਨੂੰ ਦੱਸਣਾ ਵਾ, ਉਹ ਤੁਸੀਂ ਨੋਟ ਕਰ ਲਓ। ਕੋਸ਼ਿਸ਼ ਕਰਨੀ ਹੈ ਕਿ ਅਸੀਂ ਇਹਨਾਂ ਵੈਰਾਈਟੀਆਂ ਦੇ ਵਿੱਚ ਰਹੀਏ, ਪੁਰਾਣੀਆਂ ਵੈਰਾਈਟੀਆਂ ਤੋਂ ਥੋੜ੍ਹਾ ਜਿਹਾ ਦੂਰ ਹੋ ਜਾਈਏ। ਐਸੀਆਂ ਵੈਰਾਈਟੀਆਂ ਜਿਨ੍ਹਾਂ 'ਚ ਪਿਛਲੇ ਸਾਲ ਕੋਈ ਬਿਮਾਰੀਆਂ ਆਈਆਂ ਨੇ ਉਹ ਅਸੀਂ ਕਾਸ਼ਤ ਨਾ ਕਰੀਏ। ਐਸੀ ਵੈਰਾਈਟੀ ਕਾਸ਼ਤ ਕਰੀਏ ਜਿਹਦੇ 'ਤੇ ਬਿਮਾਰੀ ਪਿਛਲੇ ਸਾਲ ਨਹੀਂ ਆਈ, ਤਾਂ ਕਿ ਸਾਡੀ ਪੈਦਾਵਾਰ ਬਿਹਤਰ ਹੋ ਜਾਵੇ। ਇਹ ਵੀ ਇੱਕ ਤੁਹਾਨੂੰ ਮੈਂ ਗੱਲ ਦੱਸ ਦੇਵਾਂ ਕਿ ਅਗਰ ਕੋਈ ਐਸੀ ਕਣਕ ਪਈ ਹੈ ਜਿਹਦੇ 'ਚ ਪਿਛਲੀ ਦਫਾ ਬਿਮਾਰੀ ਆ ਗਈ ਸੀ ਔਰ ਤੁਹਾਨੂੰ ਬੀਜ ਹੋਰ ਨਹੀਂ ਮਿਲ ਰਿਹਾ, ਤੇ ਉਹ ਬੀਜ ਤੁਸੀਂ ਲਾ ਸਕਦੇ ਹੋ, ਕਿਉਂਕਿ ਬੀਜ ਦੇ ਜ਼ਰੀਏ ਬਿਮਾਰੀ ਨਹੀਂ ਫੈਲਦੀ ਹੈ। ਬਿਮਾਰੀ ਆਉਂਦੀ ਹੈ ਹਵਾ ਦੇ ਜ਼ਰੀਏ, ਔਰ ਇਹ ਆਉਂਦੀ ਹੈ ਫਰਵਰੀ ਔਰ ਮਾਰਚ, ਜਿਹੜਾ ਨਾ 15 ਫਰਵਰੀ ਤੋਂ ਲੈ ਕੇ 15 ਮਾਰਚ ਦੇ ਦਰਮਿਆਨ ਇਸ ਦਾ ਬਿਹਤਰੀਨ ਉਹ ਜਿਹੜਾ ਟਾਈਮ ਹੁੰਦਾ ਫੇਵਰੇਬਲ, ਉਸ ਟਾਈਮ ਇਹ ਆ ਰਹੀ ਹੁੰਦੀ ਹੈ। ਸ਼ੁਰੂ ਤੋਂ ਜਦੋਂ ਇਹ ਬਿਮਾਰੀ ਆਉਂਦੀ ਹੈ ਤੇ ਇਹ ਛੋਟੀ ਜਿਹੀ ਟੁਕੜੀ ਹੁੰਦੀ ਹੈ, ਫੁੱਟ ਬਾਏ ਫੁੱਟ ਦੀ ਕਰ ਲਓ ਜਾਂ ਇਸ ਤਰ੍ਹਾਂ ਦੀ, ਉਹਦੇ ਵਿੱਚ ਤੁਹਾਨੂੰ ਪੀਲੀ ਜਿਹੀ ਕਣਕ ਹੋ ਕੇ ਮਹਿਸੂਸ ਹੋ ਰਹੀ ਹੋਏਗੀ ਔਰ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੋਏਗੀ। ਅਗਰ ਉਸ ਟਾਈਮ ਅਸੀਂ ਉਸ ਫੁੱਟ 2 ਫੁੱਟ ਨੂੰ ਦਬਾ ਦਈਏ ਜ਼ਮੀਨ ਵਿੱਚ, ਤੇ ਅਸੀਂ ਆਸੇ ਪਾਸੇ ਦੇ 5 ਕਿਲੋਮੀਟਰ ਰਕਬਾ ਬਚਾ ਲਿਆ ਉਸ 1 ਫੁੱਟ ਨੂੰ ਕਵਰ ਕਰਨ ਨਾਲ। ਤੇ ਇਸ ਵਾਸਤੇ ਇਹਦੀ ਇਹਤਿਆਤ ਹੁੰਦੀ ਹੈ 10 ਨਵੰਬਰ ਤੋਂ ਪਹਿਲੇ ਅਗਰ ਅਸੀਂ ਕਾਸ਼ਤ ਕਰ ਲਵਾਂਗੇ ਕਣਕ, ਤੇ ਕੁੰਗੀ ਵਾਲਾ ਮਸਲਾ ਨਹੀਂ ਆਏਗਾ। ਲੇਕਿਨ ਅਸੀਂ 30 ਨਵੰਬਰ ਤੱਕ ਬਿਹਤਰੀਨ ਕੰਦਮ ਦੀ ਕਾਸ਼ਤ ਕਰ ਸਕਨੇ ਹਾਂ। 45 ਤੋਂ 50 ਮਣ ਅਸੀਂ ਬੀਜ ਪਾਣਾ ਹੈ। ਜ਼ਿਆਦਾਤਰ ਅਸੀਂ 50 ਹੀ ਰਿਕਮੈਂਡ ਕਰਨੇ ਆ। ਅਗਰ ਗੇਤੀ ਥੋੜ੍ਹੀ ਜਿਹੀ ਲਾ ਰਹੇ ਹਾਂ ਤਾਂ ਉਹਦੇ 'ਚ 45 ਹੋ ਸਕਦਾ ਹੈ ਕਿਲੋ। ਮੈਂ ਮਣ ਤਾਂ ਨਹੀਂ ਕਿਹਾ ਗਿਆ, ਅੱਛਾ ਕਿਲੋ ਉਹ ਹੋ ਜਾਂਦਾ ਚੀਜ਼ਾਂ ਨਾ। ਉਹ 40 ਤੋਂ 50 ਕਿਲੋ ਬੀ ਇਸਤੇਮਾਲ ਕਰਨਾ ਹੈ, ਇਸ ਤੋਂ ਜ਼ਿਆਦਾ ਇਸ ਬੀ ਅਸੀਂ ਇਸਤੇਮਾਲ ਨਹੀਂ ਕਰਨਾ। ਹਾਂ, ਜਦੋਂ ਅਸੀਂ 20 ਨਵੰਬਰ ਤੋਂ ਅੱਗੇ ਜਾਵਾਂਗੇ ਫੀ ਦਿਨ ਅਸੀਂ ਅੱਧਾ ਤੋਂ 1 ਕਿਲੋ ਬੀ ਵਧਾ ਲਵਾਂਗੇ। ਲੇਕਿਨ 30 ਨਵੰਬਰ ਤੱਕ ਅਗਰ ਅਸੀਂ ਕਾਸ਼ਤ ਕਰੀਏ ਤਾਂ 50 ਕਿਲੋ ਨਾਲ ਬਿਹਤਰ ਪੈਦਾਵਾਰ ਅਸੀਂ ਲੈ ਸਕਨੇ ਹਾਂ। ਤੇ ਕੋਸ਼ਿਸ਼ ਕਰਨੀ ਕਿ ਦਸੰਬਰ ਦੇ ਵਿੱਚ ਸਾਨੂੰ ਕਾਸ਼ਤ ਨਾ ਕਰਨੀ ਪਵੇ, ਉਸ ਤੋਂ ਪਹਿਲੇ ਸਾਡੀ ਕਾਸ਼ਤ ਮੁਕੰਮਲ ਹੋ ਜਾਵੇ। 60 ਮਣ ਜਾਂ ਇਸ ਤੋਂ ਜ਼ਿਆਦਾ ਪੈਦਾਵਾਰ ਲੈਣ ਵਾਸਤੇ 2 DAP 2 ਯੂਰੀਆ ਤੇ 1 ਪੋਟਾਸ਼ SOP ਤੇ 5 ਕਿਲੋ ਜ਼ਿੰਕ ਦੀ ਰਿਕੁਆਇਰਮੈਂਟ ਹੈ ਜਦੋਂ ਅਸੀਂ 60 ਜਾਂ 60 ਤੋਂ ਉੱਤੇ ਪੈਦਾਵਾਰ ਲੈਣੀ ਹੈ। ਜਾਂ ਇਸ ਦੇ ਮੁਤਬਾਦਲ ਖਾਤਾਂ ਹੋ ਸਕਦੀਆਂ ਨੇ। 2 ਬੋਰੀਆਂ DAP ਦੇ ਮੁਤਬਾਦਲ ਅਗਰ ਕਰੀਏ ਤੇ ਨਾਈਟ੍ਰੋਫਾਸ ਦੀਆਂ 4 ਬੋਰੀਆਂ ਬਣਦੀਆਂ ਨੇ, ਤੇ ਅੱਗੇ ਨਾਈਟ੍ਰੇਟ ਦੀਆਂ 2 ਬੋਰੀਆਂ ਪਾਵਾਂਗੇ ਤੇ ਉਹ ਸਾਰਾ ਬੈਲੈਂਸ ਹੋ ਜਾਏਗਾ, ਤੇ SOP ਫਿਰ ਉਸੇ ਤਰ੍ਹਾਂ ਆ ਜਾਏਗੀ। ਇਸ ਤਰੀਕੇ ਨਾਲ ਅਸੀਂ ਅਗਰ ਲੈ ਕੇ ਚੱਲਾਂਗੇ ਤੇ ਕਣਕ ਬਿਹਤਰ ਪੈਦਾਵਾਰ ਦੇਗੀ। ਸਭ ਤੋਂ ਅਹਿਮ ਥੱਲੇ ਵਾਲੀ ਖੁਰਾਕ ਹੈ 1.5 ਬੋਰੀ DAP ਦੀ ਥੱਲੇ ਦੇ ਦੇਣੀ ਹੈ, ਜਾਂ ਨਾਈਟ੍ਰੋਫਾਸ ਦੀਆਂ 2 ਬੋਰੀਆਂ ਥੱਲੇ ਦੇ ਦੇਣੀਆਂ, ਅੱਧੀ ਬੋਰੀ ਯੂਰੀਆ ਵੀ ਨਾਲ ਥੱਲੇ ਹੀ ਦੇ ਦੇਣੀ ਜਦੋਂ ਆਖਰੀ ਹਲ ਸੁਹਾਗੇ ਤੋਂ ਪਹਿਲੇ ਉਹ ਸ਼ਾਮਿਲ ਹੋ ਗਈ। ਉਸ ਤੋਂ ਬਾਅਦ ਅਸੀਂ ਡਰਿਲ ਕਰਦੇ, ਕਾਸ਼ਤ ਅਸੀਂ ਡਰਿਲ ਦੀ ਕਰਨੀ ਹੈ। ਇਹ ਯਕੀਨੀ ਬਣਾਉਣਾ ਹੈ ਕਿ ਆਪਾਂ ਡਰਿਲ ਦੀ ਕਾਸ਼ਤ ਕਰੀਏ। ਛੱਟੇ ਵਾਲੀ ਕਾਸ਼ਤ ਦੇ ਵਿੱਚ ਪੈਦਾਵਾਰ ਕਮ ਹੁੰਦੀ ਹੈ, ਕਿਉਂਕਿ ਇੱਕ ਤਾਂ ਰਸਤਾ ਨਹੀਂ ਮਿਲਦਾ ਨਾ, ਸਾਨੂੰ ਆਪ ਨਹੀਂ ਜਾਣਾ ਹੋਵੇ ਤਾਂ ਅਸੀਂ ਕਈ ਪੌਦੇ ਮੱਧ ਦਿੰਦੇ ਹਾਂ। ਤੇ ਡਰਿਲ ਕਾਸ਼ਤ ਦੇ ਵਿੱਚ ਰਸਤਾ ਹੁੰਦਾ ਥੋੜ੍ਹਾ ਜਿਹਾ, ਉਹਦੇ ਨਾਲ ਜ਼ਰੀਏ ਹਵਾ ਜਿਹੜੀ ਗੁਜ਼ਰਦੀ ਰਹਿੰਦੀ, ਜਿਸ ਤਰ੍ਹਾਂ ਇਹ ਰਸਤਾ ਹੈ ਨਾ, ਹਵਾ ਗੁਜ਼ਰਦੀ ਰਹਿੰਦੀ ਹੈ, ਤੇ ਉਸ ਦੀ ਵਜ੍ਹਾ ਤੋਂ ਜਿਹੜੇ ਪੌਦੇ ਨੇ ਉਹ ਪੋਸ਼ ਜ਼ਿਆਦਾ ਕਰਦੇ ਨੇ ਔਰ ਪੈਦਾਵਾਰ ਬਿਹਤਰ ਹੁੰਦੀ ਹੈ। ਅਸੀਂ ਉਹ ਡਰਿਲ ਕਰ ਦੇਣੀ ਹੈ। ਡਰਿਲ ਕੋਸ਼ਿਸ਼ ਕਰਨੀ ਹੈ ਕਿ ਅਸੀਂ ਸ਼ਾਮ ਦੇ ਔਕਾਤ ਵਿੱਚ ਕਰੀਏ, ਸੁਬਹ ਦੇ ਔਕਾਤ ਵਿੱਚ ਜਿਹੜਾ ਨਾ ਕੋਸ਼ਿਸ਼ ਕਰੀਏ ਕਿ ਡਰਿਲ ਸਾਨੂੰ ਨਾ ਕਰਨੀ ਪਵੇ। ਮੁਨਾਸਿਬ ਵੱਤਰ ਵਿੱਚ ਕਰੀਏ, ਨਾ ਬਹੁਤ ਜ਼ਿਆਦਾ ਗਿੱਲਾ ਵੱਤਰ ਹੋਵੇ ਤੇ ਨਾ ਬਹੁਤ ਜ਼ਿਆਦਾ ਖੁਸ਼ਕ ਵੱਤਰ ਹੋਵੇ, ਉਹਨੂੰ ਕਰਨਾ ਚਾਹੀਦਾ ਹੈ। ਅੱਗੇ ਆ ਕੇ ਜਦੋਂ ਪਹਿਲਾ ਪਾਣੀ ਅਸੀਂ ਲਾਣਾ ਹੈ, ਉਸ ਪਾਣੀ ਦੀ ਅਸੀਂ 1 ਨਾਈਟ੍ਰੋਫਾਸ, ਅਗਰ ਥੱਲੇ 2 ਨਾਈਟ੍ਰੋਫਾਸ ਪਾਈਆਂ ਤੇ ਇੱਥੇ 2 ਨਾਈਟ੍ਰੋਫਾਸ ਦੇਵਾਂਗੇ, 3 ਪਾਈਆਂ ਤੇ ਇੱਥੇ 1 ਹੋ ਜਾਏਗੀ। ਅਗਰ 1.5 DAP ਪਾ ਲਈ ਤੇ ਇੱਥੇ 1 ਨਾਈਟ੍ਰੋਫਾਸ ਆ ਜਾਏਗੀ, ਤੇ ਨਾਲ ਕੋਈ 10-15 ਕਿਲੋ ਅਸੀਂ ਯੂਰੀਆ ਇੱਥੇ ਵੀ ਦੇ ਦਿਆਂਗੇ। ਦੂਸਰਾ ਪਾਣੀ ਜਿਹੜਾ ਲਾਣਾ ਹੈ ਉਹਦੇ ਵਿੱਚ ਅਸੀਂ 2 ਨਾਈਟ੍ਰੇਟ ਦੇ ਕੇ ਜਾਂ 1.5 ਨਾਈਟ੍ਰੇਟ ਪਾ ਕੇ ਸਾਡੀ ਖਾਦ
ਮੁਕੰਮਲ ਹੋ ਗਈ। ਇਸ ਤੋਂ ਬਾਅਦ ਖਾਦ ਅਸੀਂ ਕਣਕ ਨੂੰ ਨਹੀਂ ਦੇਣੀ। ਹਾਂ, ਜਿਹੜਾ ਬੰਦਾ ਇਸ ਤੋਂ ਬਾਅਦ ਖਾਦ ਦੇਵੇਗਾ ਉਹਦੇ ਨਾਲ ਕੀ ਹੋਏਗਾ ਕਿ ਉਹ ਬੂਟਾ ਤਾਂ ਘਣਾ ਮਾਰ ਜਾਏਗੀ ਲੇਕਿਨ ਦਾਣੇ ਥੋੜੇ ਹੋਣਗੇ। ਦੂਸਰੇ ਪਾਣੀ ਦੇ ਵਿੱਚ ਅਸੀਂ ਖਾਦ ਮੁਕੰਮਲ ਕਰ ਲੈਣੀ ਹੈ। ਪਹਿਲੇ ਪਾਣੀ ਤੋਂ ਬਾਅਦ ਤਰਵੱਤਰ ਹਾਲਤ ਵਿੱਚ ਜੜੀ ਬੂਟੀਆਂ ਦਾ ਸਪਰੇਅ ਕਰ ਦੇਣਾ ਹੈ, ਪਹਿਲੇ ਚੌੜੇ ਪੱਤੇ ਵਾਲੀਆਂ ਦਾ। ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਤੁਸੀਂ ਦੂਸਰਾ ਨੁਕੀਲੇ ਪੱਤੇ ਵਾਲਾ ਕਰਨਾ ਹੈ। ਰਲਾ ਕੇ ਕੋਸ਼ਿਸ਼ ਕਰਨੀ ਹੈ ਕਿ ਨਾ ਕਰੀਏ। ਹਾਂ, ਕੋਈ ਐਸੀ ਜ਼ਮੀਨ ਹੈ ਜਿੱਥੇ ਦੋਨੋਂ ਉੱਗ ਆਈਆਂ ਨੇ ਟਾਈਮ ਤੇ ਹੀ, ਤੇ ਫਿਰ ਅਸੀਂ ਕਰ ਸਕਨੇ ਹਾਂ। ਤੇ ਬਾਜ਼ੋ ਔਕਾਤ ਇਹ ਹੁੰਦਾ ਹੈ ਆਮ ਤੌਰ ਤੇ ਕਿ ਪਹਿਲੇ ਚੌੜੇ ਪੱਤੇ ਵਾਲੀ ਹੁੰਦੀਆਂ ਨੇ ਤੇ ਬਾਅਦ ਵਿੱਚ ਨੁਕੀਲੇ ਵਾਲੀ ਹੁੰਦੀਆਂ ਨੇ। ਇਸ ਵਾਸਤੇ 2 ਸਪਰੇਅ ਕਰ ਲਈਏ ਤੇ ਉਹ ਬਿਹਤਰ ਸਾਨੂੰ ਰਿਜ਼ਲਟ ਉਹਦਾ ਮਿਲ ਜਾਂਦਾ, ਬਜਾਏ ਕਿ ਅਸੀਂ ਮਿਕਸ ਕਰੀਏ। ਹੁਣ ਵਾਪਸ ਮੈਂ ਆ ਜਾਣਾ ਜਿਹੜੀ ਗੱਲ ਤੋਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਕਣਕ ਦੀਆਂ ਵੈਰਾਈਟੀਆਂ ਕਿਹੜੀਆਂ ਲਾਈਏ। ਕਣਕ ਦੇ ਹਵਾਲੇ ਨਾਲ ਵੈਰਾਈਟੀਆਂ ਦਾ ਮੈਂ ਦੱਸਾਂਗਾ। ਅਨਾਜ 2017 ਇਹ ਆਪਣੇ ਇਲਾਕੇ ਵਾਸਤੇ ਅੱਛੀ ਵੈਰਾਈਟੀ ਹੈ ਔਰ ਅੱਛੀ ਪੈਦਾਵਾਰ ਦੇ ਰਹੀ ਹੈ। ਉਜਾਲਾ ਅੱਛੀ ਵੈਰਾਈਟੀ ਹੈ, ਅੱਛੀ ਪੈਦਾਵਾਰ ਦਿੰਦੀ ਹੈ। ਕਣਕ ਆਪਣੇ ਤਕਰੀਬਨ ਸਾਰੀ ਜ਼ਮੀਨਾਂ ਦੇ ਵਿੱਚ ਅੱਛੇ ਤਰੀਕੇ ਨਾਲ ਹੋ ਜਾਂਦੀ ਹੈ। ਕਣਕ ਦਾ ਇੰਨਾ ਇਸ਼ੂ ਜ਼ਿਆਦਾ ਨਹੀਂ ਬਣਦਾ। ਬਹੁਤ ਜ਼ਿਆਦਾ ਜਿਹੜੀ ਕਲਰਾਠੀ ਹੋਵੇ ਜਾਂ ਸੇਮ ਵਾਲੀ ਹੋਵੇ ਉਹਦੇ 'ਚ ਨਹੀਂ ਹੁੰਦੀ, ਜਾਂ ਬਹੁਤ ਜ਼ਿਆਦਾ ਜਿਹੜੀ ਰੇਤਲੀ ਹੋਵੇ ਉਹਦੇ 'ਚ ਮਸਲਾ ਬਣ ਜਾਂਦਾ ਹੈ। ਬਾਕੀ ਜਿਹੜੇ ਦਰਮਿਆਨੀ ਜਿੰਨੀਆਂ ਜ਼ਮੀਨਾਂ ਨੇ ਜ਼ਿਲ੍ਹਾ ਭਾਵਲ ਨਗਰ ਦੀਆਂ, ਇੱਥੇ ਜ਼ਮੀਨਾਂ ਦੇ ਹਵਾਲੇ ਨਾਲ ਕੋਈ ਇੰਨਾ ਵੱਡਾ ਇਸ਼ੂ ਨਹੀਂ ਹੈ ਕਣਕ ਦੇ ਵਿੱਚ। ਅੱਛਾ, ਅਨਾਜ 2017 ਆ ਗਈ, ਉਜਾਲਾ 2016 ਹੈ, ਅਨਾਜ 2017 ਆ ਗਈ। ਉਸ ਤੋਂ ਬਾਅਦ ਗਾਜ਼ੀ ਇਹ 2019 ਦੀ ਵੈਰਾਈਟੀ ਹੈ, ਬੜੀ ਅੱਛੀ ਵੈਰਾਈਟੀ ਹੈ। ਅਕਬਰ 2019 ਦੀ ਵੈਰਾਈਟੀ ਹੈ, ਚੰਗੀ ਵੈਰਾਈਟੀ ਹੈ। ਫਖਰੇ ਬਖਰ ਇੱਕ ਬਹੁਤ ਅੱਛੀ ਵੈਰਾਈਟੀ ਆ ਗਈ ਹੈ ਪੈਦਾਵਾਰ ਦੇ ਹਵਾਲੇ ਨਾਲ, ਔਰ ਕੁੰਗੀ ਦੇ ਖਿਲਾਫ ਵੀ ਮੁਜ਼ਾਮਤ ਰੱਖਦੀਆਂ ਨੇ। ਇਹ ਅਸੀਂ ਵੈਰਾਈਟੀਆਂ ਕਾਸ਼ਤ ਕਰਨੀਆਂ ਨੇ। ਗਲੈਕਸੀ ਜਾਂ ਫੈਸਲਾਬਾਦ 2008 ਜਾਂ ਵਤਨ ਗੈਰ ਮਨਜ਼ੂਰਸ਼ੁਦਾ ਵੈਰਾਈਟੀ ਤਾਂ ਅਸੀਂ ਲਾਣੀ ਹੀ ਨਹੀਂ ਨਾ, ਗਲੈਕਸੀ ਵੱਲ ਵੀ ਨਹੀਂ ਜਾਣਾ ਅਸੀਂ। ਉਸ ਤੋਂ ਬਾਅਦ ਫੈਸਲਾਬਾਦ 2008 ਵੀ ਅਸੀਂ ਨਹੀਂ ਲਾਣੀ। ਅਗਰ ਸਾਨੂੰ ਕੋਈ ਮਜਬੂਰੀ ਬਣਦੀ ਹੈ ਤਾਂ ਕਮ ਤੋਂ ਕਮ ਰਕਬਾ ਅਸੀਂ ਇਹਦਾ ਕਾਸ਼ਤ ਕਰਨਾ ਹੈ ਫੈਸਲਾਬਾਦ 2008 ਨਾਲ, ਕਿਉਂਕਿ ਜ਼ਿਆਦਾਤਰ ਅਸੀਂ ਕੋਸ਼ਿਸ਼ ਕਰਨੀ ਹੈ ਅਨਾਜ 2017, ਉਜਾਲਾ 2016, ਫਖਰੇ ਬਖਰ, ਗਾਜ਼ੀ, ਅਕਬਰ, ਇਹ 5 ਵੈਰਾਈਟੀਆਂ 6 ਵੈਰਾਈਟੀਆਂ ਜਿਹੜੀਆਂ ਮੈਂ ਦੱਸੀਆਂ ਨੇ ਇਹਨਾਂ 'ਤੇ ਜ਼ਿਆਦਾ ਜ਼ੋਰ ਦੇਣਾ ਹੈ। ਔਰ ਇਹ ਖੁਸ਼ਖਬਰੀ ਇਹ ਹੈ ਕਿ ਇਹਨਾਂ ਵੈਰਾਈਟੀਆਂ 'ਤੇ 50% ਸਬਸਿਡੀ ਵੀ ਗੌਰਮੈਂਟ ਦੇ ਰਹੀ ਹੈ। ਜਿਹੜਾ ਬੰਦਾ ਮਹਿਕਮਾ ਜ਼ਰਾਅਤ ਨਾਲ ਰਜਿਸਟਰਡ ਹੋਏਗਾ ਉਸ ਬੰਦੇ ਨੂੰ ਇਹ ਮਿਲੇਗੀ। 5 ਏਕੜ ਤੱਕ ਜਿਹੜਾ ਬੰਦਾ ਰਜਿਸਟਰਡ ਹੋਏਗਾ ਉਹਨੂੰ 5 ਏਕੜ ਤੱਕ ਦਾ ਬੀ ਗੌਰਮੈਂਟ ਦੇਵੇਗੀ ਸਬਸਿਡੀ ਤੇ। ਉਹਦੇ ਵਿੱਚ ਟੋਕਨ ਹੋਏਗਾ ਔਰ ਟੋਕਨ ਸਕਰੈਚ ਕਰਕੇ ਭੇਜੋਗੇ ਤੇ ਉਹਦੇ ਪੈਸੇ ਤੁਹਾਨੂੰ ਉਹ ਆ ਜਾਣਗੇ। ਤੇ ਇਹ ਚੰਦ ਇੱਕ ਗੁਜ਼ਾਰਿਸ਼ਾਤ ਸੀ ਕਣਕ ਦੇ ਹਵਾਲੇ ਨਾਲ, ਤੇ ਇਹਦੇ ਹਵਾਲੇ ਨਾਲ ਕੋਈ ਸਵਾਲ ਜਵਾਬ ਹੋਵੇ ਤੇ ਮੈਂ ਹਾਜ਼ਰ। ਬਹੁਤ ਸ਼ੁਕਰੀਆ ਜੀ।